ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੂ ਫਾਲਸ ਦੇ ਕੁਝ ਕੁ ਟ੍ਰਿਕਸ ਐਂਡ ਟਿਪਸ ਦੇਖਾਂਗੇ ਵੀ ਆਪਾਂ ਕਿਵੇਂ ਈਜ਼ੀਲੀ ਆਪਦਾ ਟਾਈਮ ਬਚਾ ਕੇ ਜਿਹੜਾ ਹੈਗਾ ਆਪਾਂ ਟਰੂ ਫਾਲਸ ਸੋਲਵ ਕਰ ਸਕਦੇ ਹਾਂ। ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਵੀਡੀਓ। ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਨ੍ਹਾਂ ਨੂੰ ਵੀ ਲੱਗਦਾ ਵੀ ਮੇਰੇ ਚੈਨਲ 'ਤੇ ਕੁਝ ਇਨਫੋਰਮੇਟਿਵ ਵੀਡੀਓਜ਼ ਹੈਗੀਆਂ, ਪਲੀਜ਼ ਲਾਈਕ ਕਰੋ, ਸ਼ੇਅਰ ਕਰੋ, ਅਤੇ ਅਗਰ ਤੁਹਾਨੂੰ ਕੋਈ ਪਰਟੀਕੂਲਰ ਟੌਪਿਕ 'ਤੇ ਵੀਡੀਓ ਚਾਹੀਦੀ ਆ ਤਾਂ ਮੈਨੂੰ ਕਮੈਂਟਸ ਦੇ ਵਿੱਚ ਦੱਸੋ। ਓਕੇ ਜੀ, ਆਪਾਂ ਸਟਾਰਟ ਕਰਦੇ ਹਾਂ ਟਰੂ ਫਾਲਸ। ਦੇਖਦੇ ਆਪਾਂ ਟਰੂ ਫਾਲਸ ਕਿਵੇਂ ਆਪਾਂ ਈਜ਼ੀਲੀ ਸੋਲਵ ਕਰ ਸਕਦੇ ਹਾਂ ਵਿਦਿਨ ਫਿਊ ਮਿਨਟਸ। ਤਾਂ ਫਸਟ ਦੇਖੋ, ਟਰੂ ਫਾਲਸ ਨਾਟ ਗਿਵਨ। ਟਰੂ ਆਪਾਂ ਕਦੋਂ ਲਾਉਣਾ ਹੁੰਦਾ? ਇਫ ਦਾ ਸਟੇਟਮੈਂਟ ਅਗਰੀਜ਼ ਵਿਦ ਦਾ ਇਨਫੋਰਮੇਸ਼ਨ। ਵੀ ਮਤਲਬ ਜਿਹੜੀ ਤੁਹਾਡੀ ਗਿਵਨ ਸਟੇਟਮੈਂਟ ਹੈ, ਜਿਹੜਾ ਤੁਹਾਡਾ ਕੁਐਸਚਨ ਆ ਅਤੇ ਉਹ ਪੈਸੇਜ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਜੇ ਮੈਚ ਕਰਦੀ ਆ ਤਾਂ ਆਪਾਂ ਟਰੂ ਲਾਵਾਂਗੇ, ਅਤੇ ਜੇ ਹੀ ਕੌਂਟਰਾਡਿਕਟ ਕਰੂਗੀ ਆਪਾਂ ਫਾਲਸ ਲਾਵਾਂਗੇ। ਨਾਟ ਗਿਵਨ ਕਦੋਂ ਲਾਵਾਂਗੇ? ਵੀ ਇਨਫੋਰਮੇਸ਼ਨ ਤਾਂ ਹੁੰਦੀ ਆ ਬਟ ਜਿਹੜੀ ਦਿੱਤੀ ਹੋਈ ਆ ਉਹਦੇ ਨਾਲ ਕੋਈ ਰੈਲੇਵੈਂਸ ਹੀ ਨਹੀਂ ਹੈਗੀ, ਉਦੋਂ ਆਪਾਂ ਨਾਟ ਗਿਵਨ ਲਾਉਂਦੇ ਹਾਂ। ਤਾਂ ਜਦੋਂ ਆਪਾਂ ਸੋਲਵ ਕਰਾਂਗੇ ਤੁਹਾਨੂੰ ਪ੍ਰੋਪਰਲੀ ਪਤਾ ਚੱਲ ਜੂ ਵੀ ਆਪਾਂ ਕਦੋਂ ਲਾਉਣਾ ਟਰੂ ਐਂਡ ਫਾਲਸ ਜਾਂ ਨਾਟ ਗਿਵਨ। ਤਾਂ ਆਪਾਂ ਫਸਟ ਕੁਐਸਚਨ ਦੇਖਦੇ ਹਾਂ। Henderson rarely visited the area around Press Estate when he was younger। ਕਹਿੰਦੇ ਜਿਹੜਾ ਹੈਂਡਰਸਨ ਸੀਗਾ, ਇੱਕ ਪਰਸਨ ਦਾ ਨਾਮ ਆ, ਉਹ ਕਦੇ ਕਦਾਰ, ਰੇਅਰਲੀ ਮਤਲਬ ਕਦੇ ਕਦਾਰ, ਵਿਜ਼ਿਟ ਕਰਦਾ ਸੀ ਪ੍ਰੈਸ ਏਸਟੇਟ ਏਰੀਆ ਦੇ ਵਿੱਚ ਜਦੋਂ ਉਹ ਛੋਟਾ ਹੁੰਦਾ ਸੀ, ਵੈਨ ਹੀ ਵਾਜ਼ ਯੰਗਰ। ਤਾਂ ਹੁਣ ਇੱਥੇ ਮੇਨ ਵਰਡ ਆਪਾਂ ਜਿਹੜਾ ਉੱਧਰ ਕੀ ਵਰਡ ਲੱਭ ਲਾਂਗੇ ਉਹ ਪ੍ਰੈਸ ਏਸਟੇਟ ਲੱਭ ਸਕਦੇ ਹਾਂ, ਠੀਕ ਹੈ। ਤਾਂ ਮੇਨਲੀ ਆ ਪਰਸਨ ਦਾ ਨਾਮ ਤਾਂ ਹੈਗਾ ਹੀ ਹੈ ਹੈਂਡਰਸਨ। ਹੁਣ ਮੇਨ ਕੌਂਟਰੈਕਟ ਵਗੈਰਾ ਵੀ ਉਹ ਜਾਂਦਾ, ਰੇਅਰਲੀ ਵਿਜ਼ਿਟ ਕਰਦਾ ਸੀ ਜਦੋਂ ਛੋਟਾ ਹੁੰਦਾ ਸੀ ਕਿ ਅਕਸਰ ਜਾਂਦਾ ਰਹਿੰਦਾ ਸੀ। ਇਸ ਚੀਜ਼ 'ਤੇ ਆਪਾਂ ਟਰੂ ਜਾਂ ਫਾਲਸ ਲਾਵਾਂਗੇ। ਦੇਖੋ ਜੀ, ਆਪਣਾ ਆਪ ਹੈ ਕੀਵਰਡ ਪ੍ਰੈਸ ਏਸਟੇਟ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਇੱਥੋਂ ਪੜ੍ਹਨਾ। ਦ ਫੈਮਿਲੀ ਹੈਡ ਐਕਸਟੈਂਸਿਵ ਲੈਂਡ ਹੋਲਡਿੰਗ ਇਨ ਸਕਾਟਲੈਂਡ। ਹੁਣ ਇਹ ਕਿਹਦੀ ਫੈਮਿਲੀ? ਹੈਂਡਰਸਨ ਦੀ ਫੈਮਿਲੀ ਬਾਰੇ ਗੱਲ ਕਰ ਰਿਹਾ ਇਹ। ਕਹਿੰਦੇ ਜਿਹੜੀ ਉਹਦੀ ਫੈਮਿਲੀ ਸੀ ਉਹਨਾਂ ਕੋਲ ਬਹੁਤ ਜ਼ਿਆਦਾ ਜ਼ਮੀਨ ਸੀਗੀ ਸਕਾਟਲੈਂਡ ਦੇ ਵਿੱਚ। ਬਿਸਾਈਡਸ ਇਟਸ ਰੈਜ਼ੀਡੈਂਟ ਇਨ ਐਡਨਬਰਗ ਇਟ ਓਨਡ ਪ੍ਰੈਸ ਏਸਟੇਟ। ਕਹਿੰਦੇ ਉਹਨਾਂ ਕੋਲ ਕੀ ਸੀ? ਰਹਿਣ ਲਈ ਜਗ੍ਹਾ ਸੀ ਐਡਨਬਰਗ ਦੇ ਵਿੱਚ, ਪਰ ਉਹਨਾਂ ਨੇ ਆਪਦਾ ਜਿਹੜਾ ਪ੍ਰੈਸ ਏਸਟੇਟ ਸੀ ਉਹ ਖਰੀਦ ਲਿਆ ਸੀ। 650 acres of farmland about 35 miles southeast of the city. The family often stayed at Press Castle, a large mansion on the north edge of the property, and Alexander spent much of his childhood in the area. ਤਾਂ ਇੱਥੇ ਕੀ ਕਹਿ ਰਹੇ ਆ ਵੀ ਉਹਨਾਂ ਨੇ ਪ੍ਰੈਸ ਏਸਟੇਟ ਖਰੀਦ ਲਈ ਸੀ ਅਤੇ ਜ਼ਿਆਦਾਤਰ ਫੈਮਿਲੀ ਉੱਥੇ ਹੀ ਰਹਿੰਦੀ ਸੀ, ਅਤੇ ਜਿਹੜਾ ਐਲੈਗਜ਼ੈਂਡਰ ਸੀਗਾ ਉਹਨੇ ਵੀ ਆਪਦਾ ਜਿਹੜਾ ਚਾਈਲਡਹੁੱਡ ਸੀਗਾ ਜ਼ਿਆਦਾਤਰ ਉੱਥੇ ਹੀ ਸਪੈਂਡ ਕੀਤਾ ਸੀ, ਕਿਉਂਕਿ ਇੱਥੇ ਕਿਹਾ ਸਪੈਂਟ ਮਚ ਆਫ ਹਿਜ਼ ਚਾਈਲਡਹੁੱਡ ਇਨ ਦਾ ਏਰੀਆ। ਤਾਂ ਇੱਥੇ ਹੀ ਕਹਿ ਰਹੇ ਵੀ ਪ੍ਰੈਸ ਏਸਟੇਟ ਦੇ ਵਿੱਚ ਐਲੈਗਜ਼ੈਂਡਰ ਨੇ ਜ਼ਿਆਦਾਤਰ ਆਪਦਾ ਚਾਈਲਡਹੁੱਡ ਸਪੈਂਡ ਕੀਤਾ ਸੀ, ਪਰ ਉੱਥੇ ਉਹ ਕੀ ਕਹਿ ਰਹੇ ਆ ਵੀ ਹੈਂਡਰਸਨ ਰੇਅਰਲੀ ਵਿਜ਼ਿਟਡ ਦਾ ਏਰੀਆ। ਇਹ ਕਹਿੰਦੇ ਆ ਵੀ ਕਦੇ ਕਦਾਰ ਜਾਂਦਾ ਸੀ, ਉੱਥੇ ਕਹਿੰਦਾ ਸੀ ਜ਼ਿਆਦਾਤਰ ਆਪਦਾ ਜਿਹੜਾ ਚਾਈਲਡਹੁੱਡ ਸੀ ਉੱਥੇ ਸਪੈਂਡ ਕੀਤਾ ਸੀ। ਤਾਂ ਫਿਰ ਆਪਣਾ ਇੱਥੇ ਆਨਸਰ ਆ ਗਿਆ ਫਾਲਸ, ਕਿਉਂਕਿ ਉੱਥੇ ਰੇਅਰਲੀ ਦੀ ਗੱਲ ਕਰ ਰਹੇ ਅਤੇ ਉੱਥੇ ਕਿਹਾ ਵੀ ਅਕਸਰ ਉੱਥੇ ਹੀ ਰਹਿੰਦਾ ਸੀ, ਠੀਕ ਹੈ ਜੀ। ਹੁਣ ਆਪਾਂ ਨੈਕਸਟ ਕੁਐਸਚਨ ਇੱਦਾਂ ਦੇਖਦੇ ਹਾਂ। ਹੈਂਡਰਸਨ ਪਰਸਿਊਡ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਕੰਟੀਨਿਊ ਕਰਨਾ, ਕੰਟੀਨਿਊ ਅ ਬਿਜ਼ਨਸ ਕਰੀਅਰ ਬਿਕੋਜ਼ ਇਟ ਵਾਜ਼ ਵਟ ਹਿਜ਼ ਫੈਮਿਲੀ ਵਾਂਟਡ। ਕਹਿੰਦੇ ਹੈਂਡਰਸਨ ਨੇ ਆਪਦਾ ਇੱਕ ਬਿਜ਼ਨਸ ਕਰੀਅਰ ਨੂੰ ਕੰਟੀਨਿਊ ਕੀਤਾ ਸੀ। ਕਿਉਂ ਕੀਤਾ ਸੀ? ਕਿਉਂਕਿ ਉਹਦੀ ਫੈਮਿਲੀ ਇਹ ਚਾਹੁੰਦੀ ਸੀ ਵੀ ਉਹ ਬਿਜ਼ਨਸ ਕਰੇ। ਤਾਂ ਹੁਣ ਆਪਾਂ ਦੇਖਦੇ ਹਾਂ ਇੱਥੇ ਬਿਜ਼ਨਸ ਬਾਰੇ ਜਾਂ ਫੈਮਿਲੀ ਬਾਰੇ ਕਿੱਥੇ ਗੱਲ ਕਰ ਰਹੇ ਆ। ਦੇਖੋ ਜੀ, ਹੁਣ ਆਪਣਾ ਫਸਟ ਪੈਰਾਗ੍ਰਾਫ ਦੇ ਵਿੱਚੋਂ ਆਨਸਰ ਆ ਗਿਆ, ਆਪਾਂ ਸਾਰਾ ਪੜ੍ਹ ਲਿਆ ਇੱਥੋਂ ਤੱਕ। ਤਾਂ ਹੁਣ ਆਪਾਂ ਸੈਕਿੰਡ ਪੈਰਾਗ੍ਰਾਫ 'ਚ ਚੱਲਾਂਗੇ, ਸੀਕੁਐਂਸ ਵਾਈਜ਼ ਆਪਾਂ ਚੱਲਾਂਗੇ। ਤਾਂ ਦੇਖੋ, even after he went to school at Merchant Academy on the outskirts of the Edinburgh, Henderson returned to press at weekends. In 1849, he began a 3-year apprenticeship to become a accountant. Apprenticeship ਦਾ ਮਤਲਬ ਹੁੰਦਾ ਕੋਈ ਤੁਸੀਂ ਟ੍ਰੇਨਿੰਗ ਵਗੈਰਾ ਲੈਣੇ, ਉਹਨੂੰ ਕਹਿੰਦੇ ਆ। ਕਹਿੰਦੇ ਅਕਾਊਂਟੈਂਟ ਬਣਨ ਲਈ ਉਹਨੇ 1849 ਦੇ ਵਿੱਚ ਟ੍ਰੇਨਿੰਗ ਸਟਾਰਟ ਕਰਤੀ ਸੀ। although he never liked the prospect of a business career, ਕਹਿੰਦੇ ਉਹਨੂੰ ਬਿਜ਼ਨਸ ਕਰੀਅਰ ਮਤਲਬ ਬਿਜ਼ਨਸ ਦੇ ਵਿੱਚ ਜਾਣਾ ਵਧੀਆ ਨਹੀਂ ਲੱਗਦਾ ਸੀ, ਬਟ ਹੀ ਸਟੇਡ ਵਿਦ ਇਟ ਟੂ ਪਲੀਜ਼ ਹਿਜ਼ ਫੈਮਿਲੀ। ਪਰ ਉਹ ਬਿਜ਼ਨਸ ਕਰੀਅਰ ਦੇ ਵਿੱਚ ਕਿਉਂ ਰਹੇ? ਆਪਦੀ ਫੈਮਿਲੀ ਲਈ। ਤਾਂ ਫਿਰ ਉੱਥੇ ਵੀ ਉਹਨਾਂ ਨੇ ਇਹੀ ਕਿਹਾ ਵੀ ਉਹਨੇ ਆਪਦਾ ਬਿਜ਼ਨਸ ਕਰੀਅਰ ਜੁਆਇਨ ਕੀਤਾ ਸੀ, ਕੰਟੀਨਿਊ ਕਰ ਰਿਹਾ ਸੀ। ਕਿਉਂ ਕਰ ਰਿਹਾ ਸੀ? ਕਿਉਂਕਿ ਉਹਦੀ ਇਹ ਫੈਮਿਲੀ ਚਾਹੁੰਦੀ ਸੀ। ਉੱਥੇ ਵੀ ਇਹੀ ਗੱਲ ਕੀਤੀ ਵੀ ਆਪਦੀ ਫੈਮਿਲੀ ਨੂੰ ਪਲੀਜ਼ ਕਰਨ ਲਈ। ਤਾਂ ਫਿਰ ਇਹ ਵੀ ਆਨਸਰ ਆ ਗਿਆ ਟਰੂ। ਤਾਂ ਉਹਨੇ ਆਨਸਰ ਟਰੂ, ਆਪਾਂ ਉੱਥੇ ਤਾਂ ਉਹਨਾਂ ਨੇ ਪਲੀਜ਼ ਕਿਹਾ, ਇੱਥੇ ਉਹਨਾਂ ਨੇ ਕਿਹਾ ਫੈਮਿਲੀ ਵਾਂਟਡ। ਇਹ ਜਿਹੜੇ ਸਿਨੋਨਿਮਸ ਹੁੰਦੇ ਆ ਆਪਾਂ ਵਰਡ ਟੂ ਵਰਡ ਨਹੀਂ ਮੈਚ ਕਰ ਸਕਦੇ, ਬਟ ਬੇਸਿਕ ਜਿਹੜੇ ਕੀਵਰਡਸ ਆ ਉਹ ਆਪਾਂ ਫਾਈਂਡ ਕਰਕੇ ਮੈਚ ਕਰਕੇ ਆਪਾਂ ਗੱਲ ਜਿਹੜੀ ਟਰੂ ਫਾਲਸ ਜਾਂ ਨਾਟ ਗਿਵਨ ਆਪਣਾ ਲਾ ਸਕਦੇ ਹਾਂ। ਤਾਂ ਇੱਥੇ ਬਿਜ਼ਨਸ ਕਰੀਅਰ ਮੇਨਲੀ ਆਪਣਾ ਉਹ ਸੀਗਾ ਕੀਵਰਡ, ਤਾਂ ਇੱਥੇ ਵੀ ਜਿਹੜਾ ਆਪਣਾ ਬਿਜ਼ਨਸ ਕਰੀਅਰ ਕੀਵਰਡ ਸੀਗਾ। ਹੁਣ ਆਪਾਂ ਉਵੇਂ ਨੈਕਸਟ ਦੇਖਦੇ ਹਾਂ। ਨੈਕਸਟ ਕੀ ਆ? Henderson and Notman were surprised by the results of their
1865 एक्सपैरीमेंट। कहते जिहड़े हैंडरसन एंड नोटमैन है उन्हें 2 पर्सनस के नाम आ गए। कहते वो सरप्राइज सीगे, शॉक्ड सीगे, कादे नाल? बाय द रिजल्ट्स ऑफ 1865 एक्सपैरीमेंट। कहते जो 1865 ਦੇ ਵਿੱਚ एक्सपैरीमेंट होया सी ਉਹਦੇ ਜਿਹੜੇ रिजल्ट सी ਉਹਦੇ ਤੋਂ ਦੋਨੇ यानी शॉक्ड ਸੀਗੇ। ਹੁਣ ਆਪਾਂ ਇੱਥੇ ਦੇਖਾਂਗੇ 1865 ਤਾਂ देखो जी ਇੱਥੇ 1857 ਆ, 1855 ਆ, 1860 ਹੈ ਤੇ ਆ ਪਿਆ ਆਪਣਾ 1865। ਠੀਕ ਹੈ, ਤਾਂ ਹੁਣ ਆਪਾਂ ਇੱਥੇ ਜੀ ਨੇੜੇ ਤੇੜੇ ਗੱਲ ਪੜਾਂਗੇ ਵੀ ਕੀ ਗੱਲ ਕਰ ਰਹੇ ਇਹ। The two men, ਹੁਣ ਉੱਥੇ two men ਕਿਹੜੇ ਹੈਗੇ? ਨॉट मैन ਤੇ ਹੈਂਡਰਸਨ। The two men made a photographic excursion to Niagara Fall in 1860। excursion ਦਾ ਮਤਲਬ ਹੁੰਦਾ ਕੋਈ educational tour। They cooperated on experiments। ਕਹਿੰਦੇ ਉਹਨਾਂ ਨੇ experiments ਕੀਤੇ with magnesium flares as a source of artificial light in 1865। They belonged to the same societies and were among founding members of the Art Association of Montreal। Henderson acted as a chairman of the association's first meeting, which was held in Notman's studio on 11 January 1860। ਤਾਂ ਇੱਥੇ ਦੇਖੋ ਜੀ ਐਕਸਪੈਰੀਮੈਂਟ ਦੀ ਤਾਂ ਗੱਲ ਹੋਈ ਆ ਵੀ ਉਹਨਾਂ ਨੇ ਕੋਈ ਐਕਸਪੈਰੀਮੈਂਟ ਕੀਤਾ ਸੀ ਮੈਗਨੀਸ਼ੀਅਮ ਫਲੇਅਰ ਨਾਲ 1865 ਦੇ ਵਿੱਚ, ਬਟ ਇੱਥੇ ਕੋਈ ਨਾ ਤਾਂ ਉਹਨਾਂ ਨੇ ਦੱਸਿਆ ਵੀ ਰਿਜ਼ਲਟਸ ਕਿੱਦਾਂ ਦੇ ਆਏ ਸੀ ਤੇ ਨਾ ਹੀ ਉਹਨਾਂ ਨੇ ਦੱਸਿਆ ਵੀ ਸ਼ੌਕਿੰਗ ਸੀ ਜਾਂ ਫਿਰ ਉਹਨਾਂ ਲਈ ਉਹ ਨੋਰਮਲ ਚੀਜ਼ ਸੀ। ਤਾਂ ਦੇਖੋ ਰਿਜ਼ਲਟਸ ਬਾਰੇ ਤਾਂ ਕੋਈ ਗੱਲ ਨਹੀਂ ਹੋਈ, ਪਰ ਐਕਸਪੈਰੀਮੈਂਟ ਬਾਰੇ ਗੱਲ ਹੋਈ ਆ। ਤਾਂ ਆਪਣਾ ਆਨਸਰ ਦੇਖੋ ਕੰਟਰੈਕਟ ਵੀ ਨਹੀਂ ਕਰ ਰਹੀ ਸਟੇਟਮੈਂਟ ਤੇ ਨਾ ਹੀ ਮੈਚ ਕਰੂਗੀ, ਕਿਉਂਕਿ ਉੱਥੇ ਰਿਜ਼ਲਟਸ ਦੀ ਗੱਲ ਹੀ ਨਹੀਂ ਹੋਈ। ਜੇ ਤਾਂ ਉਹਨਾਂ ਨੇ ਕਿਹਾ ਹੁੰਦਾ ਵੀ ਰਿਜ਼ਲਟਸ ਸ਼ੌਕਿੰਗ ਨਹੀਂ ਸੀ ਫਿਰ ਆਪਣਾ ਇੱਥੇ ਆ ਜਾਂਦਾ ਫਿਰ ਆਪਣਾ ਫਾਲਸ ਆ ਜਾਂਦਾ, ਬਟ ਇੱਥੇ ਕੀ ਹੁਣ ਨੋਟ ਗਿਵਨ ਆਊਗਾ ਕਿਉਂਕਿ ਉਹਨਾਂ ਨੇ ਕੋਈ ਰਿਜ਼ਲਟਸ ਬਾਰੇ ਗੱਲ ਕੀਤੀ ਨਹੀਂ ਹੈਗੀ। ਐਕਸਪੈਰੀਮੈਂਟਸ ਬਾਰੇ ਗੱਲ ਹੋਈ ਆ, 1865 ਬਾਰੇ ਗੱਲ ਹੋਈ ਆ, ਆਹ 2 ਪਰਸਨਸ ਦੋਨਾਂ ਬਾਰੇ ਗੱਲ ਹੋਈ ਆ, ਬਟ ਰਿਜ਼ਲਟਸ ਬਾਰੇ ਕੋਈ ਗੱਲ ਨਹੀਂ ਹੋਈ ਵੀ ਉਹ ਸ਼ੌਕਿੰਗ ਸੀ ਜਾਂ ਕਿਵੇਂ ਸੀਗੇ ਰਿਜ਼ਲਟਸ। ਠੀਕ ਹੈ, ਤਾਂ ਆਪਾਂ ਇੱਦਾਂ ਜਿਹੜੇ ਹੁੰਦੇ ਆ ਫਾਈਂਡ ਕਰਨੇ ਹੁੰਦੇ ਆ। ਨੈਕਸਟ ਦੇਖਦੇ ਆਪਾਂ there were many similarities between the Henderson's early landscapes and those of the Notman। ਕਹਿੰਦੇ ਬਹੁਤ ਜ਼ਿਆਦਾ ਸਿਮਿਲੈਰਿਟੀ ਸੀਗੀਆਂ ਕਾਹਦੇ ਵਿੱਚ? ਹੈਂਡਰਸਨ ਦੇ ਜਿਹੜੇ ਅਰਲੀ ਲੈਂਡਸਕੇਪ ਸੀਗੇ ਜਿਹੜੇ ਉਹਨੇ ਪਿਕਚਰਸ ਵਗੈਰਾ ਬਣਾਈਆਂ ਸੀ ਤੇ ਜਿਹੜੇ ਨੋਟਮੈਨ ਦੀ ਸੀ ਉਹਨਾਂ ਦੇ ਵਿੱਚ ਦੋਨਾਂ 'ਚ ਬਹੁਤ ਸਾਰੀਆਂ ਸਿਮਿਲੈਰਿਟੀਜ਼ ਸੀਗੀਆਂ। ਤਾਂ ਆਪਾਂ ਦੇਖਣਾ ਵੀ ਸਿਮਿਲੈਰਿਟੀਜ਼ ਹੈ ਸੀ ਕਿਹਦੇ ਵਿੱਚ? ਹੈਂਡਰਸਨ ਦੇ ਅਰਲੀ ਲੈਂਡਸਕੇਪਸ ਦੇ ਵਿੱਚ ਤੇ ਉਹੀ ਨੋਟਮੈਨ ਦੇ। ਤਾਂ ਆਪਣਾ ਮੇਨ ਕੀਵਰਡ ਹੁਣ ਆਪਾਂ ਲੱਭਾਂਗੇ ਇਹਨਾਂ ਲੈਂਡਸਕੇਪ ਪਰ। ਤੇ ਦੇਖੋ ਜੀ ਆਪਾਂ ਇੱਥੋਂ ਤੱਕ ਸਾਰਾ ਪੜ੍ਹ ਲਿਆ, ਆਪਾਂ ਨੂੰ ਇੱਥੇ ਲੈਂਡਸਕੇਪ ਦੀ ਤਾਂ ਕੋਈ ਗੱਲ ਆਈ ਨਹੀਂ ਸੀ। ਆਪਾਂ ਨੈਕਸਟ ਪੈਰਾਗ੍ਰਾਫ 'ਚ ਚੱਲਦੇ ਹਾਂ ਹੁਣ। ਇਨ ਸਪਾਈਟ ਆਫ ਦੇਅਰ ਫਰੈਂਡਸ਼ਿਪ, ਹੁਣ ਇੱਥੇ ਫਰੈਂਡਸ਼ਿਪ ਕਿਹਨਾਂ ਦੀ ਹੋ ਗਈ? ਹੈਂਡਰਸਨ ਤੇ ਨੋਟਮੈਨ ਦੀ। ਇਨ ਸਪਾਈਟ ਦਾ ਮਤਲਬ ਹੁੰਦਾ ਬਜਾਏ, ਬਾਵਜੂਦ। ਇਨ ਸਪਾਈਟ ਆਫ ਦੇਅਰ ਫਰੈਂਡਸ਼ਿਪ ਦੇਅਰ ਸਟਾਈਲਸ ਆਫ ਫੋਟੋਗ੍ਰਾਫੀ ਵਰ ਕੁਆਇਟ ਡਿਫਰੈਂਟ। ਉੱਥੇ ਉਹਨਾਂ ਨੇ ਕਿਹਾ ਸਿਮਿਲਰ ਸੀ, ਇੱਥੇ ਇਹਨਾਂ ਕਹਿੰਦੇ ਭਾਵੇਂ ਕਿ ਉਹ ਫਰੈਂਡਸ ਵਧੀਆ ਸੀ, ਉਹਨਾਂ 'ਚ ਕਾਫੀ ਵਧੀਆ ਫਰੈਂਡਸ਼ਿਪ ਸੀਗੀ, ਬਟ ਜਿਹੜੇ ਉਹਨਾਂ ਦੇ ਫੋਟੋਗ੍ਰਾਫੀ ਦੇ ਸਟਾਈਲ ਸੀ ਉਹ ਕੀ ਸੀ? ਕੁਆਇਟ ਡਿਫਰੈਂਟ। ਕੁਆਇਟ ਡਿਫਰੈਂਟ ਦਾ ਮਤਲਬ ਹੁੰਦਾ ਬਹੁਤ ਡਿਫਰੈਂਟ। ਇੱਥੇ ਇਹਨਾਂ ਨੇ ਕਹਿਤਾ ਬਹੁਤ ਜ਼ਿਆਦਾ ਸਿਮਿਲੈਰਿਟੀ ਸੀਗੀਆਂ, ਤਾਂ ਇਹ ਕੀ ਕਰ ਰਹੀ? ਕੰਟਰੈਕਟ ਕਰ ਰਹੀ। ਉੱਥੇ ਉਹ ਕਹਿ ਰਹੇ ਡਿਫਰੈਂਸ ਸੀ ਤੇ ਇੱਥੇ ਇਹਨਾਂ ਨੇ ਕੀ ਕਹਿਤਾ ਵੀ ਮੈਨੀ ਸਿਮਿਲੈਰਿਟੀ ਸੀਗੀਆਂ, ਤਾਂ ਫਿਰ ਆਪਣਾ ਇਹ ਵੀ ਆਨਸਰ ਆ ਗਿਆ ਫਾਲਸ। ਠੀਕ ਹੈ, ਤਾਂ ਆਪਾਂ ਮੇਨ ਕੀਵਰਡਸ ਲੱਭ ਕੇ ਜਿਹੜੇ ਹੈਗੇ ਉਹ ਜਲਦੀ ਆਪਣੇ ਆਨਸਰਸ ਫਾਈਂਡ ਕਰ ਸਕਦੇ ਹਾਂ। ਤਾਂ ਇਹਦੇ ਨਾਲ ਕੀ ਹੋਊਗਾ? ਆਪਣੀ ਜਿਹੜੀ ਟਾਈਮ ਆ ਉਹ ਥੋੜ੍ਹਾ ਬਹੁਤ ਮੈਨੂੰ ਲੱਗਦਾ ਜ਼ਿਆਦਾ ਸੇਵ ਹੋ ਜਾਊਗਾ ਜੇ ਆਪਾਂ ਕੀਵਰਡਸ ਨੂੰ ਫੋਕਸ ਕਰੀਏ ਵੀ ਮੇਨ ਕੀਵਰਡ ਕੀ ਆ। ਓਕੇ, ਨੈਕਸਟ ਦੇਖਦੇ ਹਾਂ। The studio that Henderson opened in 1866 was close to his home। ਕਹਿੰਦੇ ਜਿਹੜਾ ਸਟੂਡੀਓ ਹੈਂਡਰਸਨ ਨੇ ਓਪਨ ਕੀਤਾ ਸੀ 1866 ਦੇ ਵਿੱਚ ਉਹ ਉਹਦੇ ਘਰ ਦੇ ਨੇੜੇ ਸੀਗਾ। ਹੁਣ ਆਪਾਂ 1866 ਦੇਖਾਂਗੇ ਤਾਂ ਸਟੂਡੀਓ ਦੇਖਾਂਗੇ। ਹੁਣ ਦੇਖੋ ਜੀ 1866 ਦੀ ਇੱਥੇ ਗੱਲ ਹੋਈ ਆ। ਠੀਕ ਹੈ, 1866 he gave up his business to open a photographic studio, advertising himself as a portrait and landscape photographer। ਹੁਣ ਇੱਥੇ 1870 ਦੀ ਗੱਲ ਹੋ ਗਈ, ਮਤਲਬ ਇੱਥੋਂ ਤੱਕ ਕਿ ਆਪਣਾ ਆਨਸਰ ਬਣੂਗਾ ਜਿਹੜਾ ਵੀ ਇਹਦੇ ਵਿੱਚੋਂ ਆਊਗਾ। ਕਹਿੰਦੇ 1866 ਦੇ ਵਿੱਚ ਉਹਨੇ ਕੀ ਕੀਤਾ? ਉਹ ਬਿਜ਼ਨਸ ਕਰੀਅਰ ਕੰਟੀਨਿਊ ਕਰ ਰਿਹਾ ਸੀ ਨਾ ਆਪਣੀ ਫੈਮਿਲੀ ਕਰਕੇ, ਤਾਂ ਉਹਨੇ ਬਿਜ਼ਨਸ ਜਿਹੜਾ ਸੀਗਾ ਉਹ ਕੀ ਛੱਡਤਾ ਸੀ? ਕਾਹਦੇ ਲਈ? ਫੋਟੋਗ੍ਰਾਫੀ ਸਟੂਡੀਓ ਓਪਨ ਕਰਨ ਲਈ, ਤਾਂ ਕਿ ਉਹ ਆਪਦੇ ਆਪ ਨੂੰ ਐਡਵਰਟਾਈਜ਼ ਕਰ ਸਕੇ ਵੀ ਉਹ ਇੱਕ ਲੈਂਡਸਕੇਪ ਦੇ ਪੋਰਟਰੇਟ ਫੋਟੋਗ੍ਰਾਫਰ ਆ। ਹੁਣ ਉੱਥੇ ਆਪਾਂ ਨੂੰ ਕੁਐਸਚਨ 'ਚ ਪੁੱਛਿਆ ਵੀ ਜਿਹੜਾ ਉਹਦਾ ਆਫਿਸ ਸੀਗਾ, ਸਟੂਡੀਓ ਸੀਗਾ, ਉਹ ਉਹਦੇ ਘਰ ਦੇ ਨੇੜੇ ਸੀ। ਇਹ ਤਾਂ ਗੱਲ ਕਿਤੇ ਮੈਂਸ਼ਨ ਹੀ ਨਹੀਂ ਹੋਈ ਵੀ ਘਰ ਦੇ ਨੇੜੇ ਸੀ, ਦੂਰ ਸੀ, ਕਿੰਨੇ ਕਿਲੋਮੀਟਰ ਨੇੜੇ ਸੀ ਜਾਂ ਕਿੰਨੇ ਕਿਲੋਮੀਟਰ ਦੂਰ ਸੀ। ਤਾਂ ਆਪਣੇ ਕੋਲ ਇਹ ਵੀ ਆਨਸਰ ਆ ਗਿਆ ਨੋਟ ਗਿਵਨ। ਠੀਕ ਹੈ, ਕਿਉਂਕਿ ਗੱਲ ਤਾਂ ਹੋਈ ਹੈ 1866 ਦੀ, ਸਟੂਡੀਓ ਦੀ ਵੀ ਗੱਲ ਹੋਈ ਹੈ ਵੀ ਉਹਨੇ ਓਪਨ ਵੀ ਕੀਤਾ, ਬਟ ਇਹ ਨਹੀਂ ਗੱਲ ਹੋਈ ਵੀ ਉਹਦੇ ਘਰ ਦੇ ਨੇੜੇ ਸੀ ਜਾਂ ਦੂਰ ਸੀ। ਤਾਂ ਹੀ ਕਰਕੇ ਨਾ ਹੀ ਤਾਂ ਇਹ ਸਟੇਟਮੈਂਟ ਮੈਚ ਕਰ ਰਹੀ ਹੈ ਤੇ ਨਾ ਹੀ ਕੰਟਰੈਡਿਕਟ ਕਰ ਰਹੀ ਹੈ, ਇਹ ਇਨਫੋਰਮੇਸ਼ਨ ਗਿਵਨ ਨਹੀਂ ਹੈਗੀ। ਠੀਕ ਹੈ, ਤਾਂ ਆਪਾਂ ਨੈਕਸਟ ਵੀ ਦੇਖਦੇ ਹਾਂ। ਦੇਖੋ ਜੀ 6 ਦੇਖੋ,
Henderson gave up a portraiture so that he could focus on taking photographs of scenery. Scenery मतलब ਨੈਚੁਰਲ ਵਿਊਜ਼ ਨੂੰ ਆਪਾਂ ਸਿਨਰੀ ਵੀ ਕਹਿ ਦਿੰਦੇ ਹਾਂ। ਕਹਿੰਦੇ ਜਿਹੜਾ ਹੈਂਡਰਸਨ ਸੀਗਾ ਉਹਨੇ ਆਪਦਾ ਪੋਰਟਰੇਟ ਦਾ ਕੰਮ ਨੂੰ ਛੱਡਤਾ ਸੀ ਤਾਂ ਕਿ ਉਹ ਫੋਕਸ ਕਰ ਸਕੇ ਕਾਹਦੇ ਉੱਤੇ, ਟੇਕਿੰਗ ਫੋਟੋਗ੍ਰਾਫਸ ਆਫ ਅ ਸਿਨਰੀ। ਤੇ ਦੇਖੋ ਜੀ ਹੁਣ ਆਪਾਂ ਇੱਥੋਂ ਤੱਕ ਤਾਂ ਪੜ੍ਹ ਲਿਆ ਸੀ, ਹੁਣ ਆਪਾਂ ਨੈਕਸਟ ਪੜਾਂਗੇ। ਫਰੋਮ ਅਬਾਊਟ 1870 ਹੀ ਡਰੋਪਡ ਪੋਰਟਰੇਚਰ to specialize in landscape photography and other views। ਤਾਂ ਕਹਿੰਦੇ 1866 ਚ ਉਹਨੇ ਉਹਦਾ ਸਟੂਡੀਓ ਖੋਲ੍ਹਿਆ ਸੀ, ਪਰ ਹੁਣ ਕੀ 1817 ਦੇ ਵਿੱਚ ਉਹਨੇ ਕੀ ਕਰਤਾ, ਡਰੋਪਡ ਕਰਤਾ ਪੋਰਟਰੇਚਰ ਆਪਦੇ ਕੰਮ ਨੂੰ, ਟੂ ਸਪੈਸ਼ਲਾਈਜ਼ ਇਨ ਲੈਂਡਸਕੇਪ ਫੋਟੋਗ੍ਰਾਫੀ ਐਂਡ ਅਦਰ ਵਿਊਜ਼। ਹੁਣ ਇਹਦੀ ਲੈਂਡਸਕੇਪ ਫੋਟੋਗ੍ਰਾਫੀ ਨੂੰ ਉੱਥੇ ਉਹਨਾਂ ਨੇ ਕੀ ਕਹਿਤਾ, ਸਿਨਰੀ। ਤਾਂ ਇਹ ਸਿਨੋਨਿਮਸ ਯੂਜ਼ ਕੀਤੇ ਹੁੰਦੇ ਆ, ਆਪਾਂ ਵਰਡ ਟੂ ਵਰਡ ਨਹੀਂ ਮੈਚ ਕਰਨਾ ਹੁੰਦਾ, ਮੇਨ ਕੀਵਰਡ ਦੇਖਣੇ ਹੁੰਦੇ ਆ। ਉੱਥੇ ਉਹਨਾਂ ਨੇ ਗੇਵ ਅਪ ਕਹਿਤਾ ਆਪਾਂ ਨੂੰ, ਉੱਥੇ ਉਹਨਾਂ ਨੇ ਆਪਾਂ ਨੂੰ ਡਰੋਪਡ ਕਹਿਤਾ। ਗੇਵ ਅਪ ਦਾ ਮਤਲਬ ਵੀ ਹੁੰਦਾ ਕਿਸੇ ਚੀਜ਼ ਨੂੰ ਛੱਡ ਦੇਣਾ, ਡਰੋਪਡ ਦਾ ਮਤਲਬ ਵੀ ਕੀ ਹੁੰਦਾ, ਕਿਸੇ ਚੀਜ਼ ਨੂੰ ਛੱਡ ਦੇਣਾ। ਤਾਂ ਇਹ ਗੱਲ ਸਹੀ ਆ, ਟਰੂ ਆ, ਕਿਉਂਕਿ ਉਹਨੇ ਆਪਦਾ ਪੋਰਟਰੇਟ ਦਾ ਕੰਮ ਛੱਡਤਾ ਸੀ। ਕਾਹਦੇ ਕਰਕੇ, ਤਾਂ ਕਿ ਉਹ ਨੈਚੁਰਲ ਜਿਹੜੇ ਲੈਂਡਸਕੇਪਸ ਆ ਉਹਦੇ ਉੱਤੇ ਫੋਕਸ ਕਰ ਸਕੇ। ਇੱਥੇ ਸਿਨਰੀ ਕਹਿਤਾ, ਉੱਥੇ ਲੈਂਡਸਕੇਪਸ ਕਹਿਤਾ। Next देखो, when a Henderson began work for the Intercolonial Railway, the Montreal to Halifax line had been finished। ਕਹਿੰਦੇ ਜਦੋਂ ਹੈਂਡਰਸਨ ਨੇ ਕੰਮ ਸ਼ੁਰੂ ਕੀਤਾ ਸੀ ਕਾਹਦੇ ਲਈ, ਇੰਟਰਕਲੋਨੀਅਲ ਰੇਲਵੇ ਲਈ, ਤਾਂ ਜਿਹੜੇ ਮੌਂਟਰੀਅਲ ਤੇ ਹੈਲੀਫੈਕਸ ਦੀ ਲਾਈਨ ਸੀ ਉਹ had been finished, ਉਹ ਖਤਮ ਹੋ ਚੁੱਕੀ ਸੀ। ਤਾਂ ਹੁਣ ਆਪਾਂ ਮੇਨ ਆਪਾਂ ਕੀ ਹੈ, ਇੰਟਰਕਲੋਨੀਅਲ ਰੇਲਵੇ ਦੇਖਾਂਗੇ ਤੇ ਮੌਂਟਰੀਅਲ ਬਾਰੇ ਦੇਖਾਂਗੇ, ਤੇ ਆਹ ਹੈਲੀਫੈਕਸ ਲਾਈਨ ਕਿੱਥੇ ਕਿੱਥੇ ਵਰਡਸ ਮੈਂਸ਼ਨ ਆ। ਤਾਂ ਇੱਥੇ ਦੇਖੋ ਜੀ ਮੌਂਟਰੀਅਲ ਬਾਰੇ ਕੋਈ ਗੱਲ ਨਹੀਂ ਹੈਗੀ ਤੇ ਨਾ ਹੀ ਕੋਈ ਇੰਟਰਕਲੋਨੀਅਲ ਰੇਲਵੇ ਬਾਰੇ ਆ। ਠੀਕ ਹੈ, ਯੂ ਕੈਨ ਪੌਜ਼ ਦਿਸ ਵੀਡੀਓ ਤੇ ਤੁਸੀਂ ਦੇਖ ਸਕਦੇ ਹੋ ਵੀ ਕਿ ਜੇ ਕਿਤੇ ਕੋਈ ਵਰਡ ਹੈਗਾ, ਬਟ ਮੇਰੇ ਅਕੋਰਡਿੰਗ ਇੱਥੇ ਕੋਈ ਵਰਡ ਨਹੀਂ ਹੈਗਾ। ਤਾਂ ਆਪਾਂ ਨੈਕਸਟ ਪੇਜ ਤੇ ਚੱਲਦੇ ਹਾਂ। ਤੇ ਦੇਖੋ ਗਾਇਸ ਇੱਥੇ ਵੀ ਕੋਈ ਇਹਨਾਂ ਨੇ ਮੌਂਟਰੀਅਲ ਜਾਂ ਫਿਰ ਜਿਹੜੀ ਇੰਟਰਕਲੋਨੀਅਲ ਰੇਲਵੇ ਸਟੇਸ਼ਨ ਉਹਦੇ ਬਾਰੇ ਕੋਈ ਗੱਲ ਨਹੀਂ ਹੈਗੀ। ਆਪਾਂ ਨੈਕਸਟ ਪੈਰਾਗ੍ਰਾਫ 'ਚ ਚੱਲਦੇ ਹਾਂ। ਹੁਣ ਦੇਖੋ ਜੀ ਇੱਥੇ ਹੈਗਾ ਇੰਟਰਕਲੋਨੀਅਲ ਰੇਲਵੇ। ਹੁਣ ਇੱਥੇ ਆਪਾਂ ਦੇਖਦੇ ਆ ਵੀ ਇਹ ਗੱਲ ਕੀ ਆ। ਇੱਥੋਂ ਪੜ੍ਹਦੇ ਆਪਾਂ, that same year while in the lower St. Lawrence river region he took some photographs of the construction of the intercolonial railway। ਕਹਿੰਦੇ ਜਦੋਂ ਉਹ ਸੈਂਟ ਲਾਰੈਂਸ ਰਿਵਰ ਰੀਜਨ ਦੇ ਕੋਲ ਸੀ ਤਾਂ ਉਹਨੇ ਕੀ ਕੀਤਾ, ਜਿਹੜਾ ਇੰਟਰਕਲੋਨੀਅਲ ਰੇਲਵੇ ਦਾ ਕੰਮ ਚੱਲ ਰਿਹਾ ਸੀ ਉਹਦੇ ਕੁਛ ਕੁ ਉਹਨੇ ਫੋਟੋਗ੍ਰਾਫਸ ਕਲੈਕਟ ਕੀਤੀਆਂ, ਕਲਿੱਕ ਕੀਤੀਆਂ। This undertaking led in 1875 to a commission from a railway to record the principal structures along the almost completed line connecting Montreal to Halifax। ਕਹਿੰਦੇ ਨਾ ਵੀ ਉਹਨਾਂ ਨੇ ਪਿਕਸ ਕਲਿੱਕ ਕੀਤੀਆਂ ਸੀ ਅਲੈਗਜ਼ੈਂਡਰ ਹੈਂਡਰਸਨ ਨੇ, ਤਾਂ ਉਦੋਂ ਬਾਅਦ ਕੀ ਹੋਇਆ, ਉਹਨੂੰ ਕਮਿਸ਼ਨ ਮਿਲਿਆ ਵੀ ਕਿਉਂਕਿ ਉਹਨੇ ਕੁਛ ਕੁ ਪ੍ਰਿੰਸੀਪਲ ਸਟਰਕਚਰਸ ਨੂੰ ਕੈਪਚਰ ਕੀਤਾ ਸੀ। ਤਾਂ ਉਦੋਂ ਕੀ ਸੀ, ਅਲੋਂਗ ਦਾ ਆਲਮੋਸਟ ਕੰਪਲੀਟਡ ਲਾਈਨ ਕਨੈਕਟਿੰਗ ਮੌਂਟਰੀਅਲ ਟੂ ਹੈਲੀਫੈਕਸ। ਇੱਥੇ ਇਹਨਾਂ ਨੇ ਕਿਹਾ ਆਲਮੋਸਟ ਕੰਪਲੀਟਡ ਲਾਈਨ, ਇੱਥੇ ਇਹਨਾਂ ਨੇ ਕੀ ਕਹਿਤਾ, the Montreal to Halifax line had been finished। had been finished ਮਤਲਬ ਵੀ ਪੂਰੀ ਹੋ ਚੁੱਕੀ ਸੀ। ਉੱਥੇ ਉਹਨਾਂ ਨੇ ਕੀ ਕਹਿਤਾ, ਆਲਮੋਸਟ ਫਿਨਿਸ਼ਡ। ਆਲਮੋਸਟ ਮਤਲਬ ਵੀ ਜਿਹੜੀ ਹਜੇ ਪੂਰੀ ਨਹੀਂ ਹੋਈ ਸੀ, ਪੂਰੀ ਹੋਣ ਦੀ ਤਦਾਦ ਤੇ ਸੀਗੀ। ਤਾਂ ਫਿਰ ਇੱਥੇ ਕਹਿੰਦਾ ਹੈਡ ਬੀਨ ਫਿਨਿਸ਼ਡ ਮਤਲਬ ਪੂਰੀ ਤਰ੍ਹਾਂ ਫਿਨਿਸ਼ ਸੀ। ਤਾਂ ਆਪਣੀ ਇਹ ਸਟੇਟਮੈਂਟ ਕੌਂਟਰਾਡਿਕਟ ਕਰ ਰਹੀ ਹੈ, ਤਾਂ ਇੱਥੇ ਆਪਾਂ ਫਾਲਸ ਲਗਾਤਾ, ਕਿਉਂਕਿ ਉੱਥੇ ਆਪਾਂ ਨੂੰ ਆਲਮੋਸਟ ਫਿਨਿਸ਼ਡ ਕਿਹਾ, ਐ ਨਹੀਂ ਕਿਹਾ ਕੰਪਲੀਟਲੀ ਫਿਨਿਸ਼ਡ। ਜੇ ਉੱਥੇ ਕੰਪਲੀਟਲੀ ਫਿਨਿਸ਼ਡ ਕਿਹਾ ਹੁੰਦਾ ਤਾਂ ਆਪਾਂ ਇੱਥੇ ਟਰੂ ਲਾਉਂਦੇ, ਕਿਉਂਕਿ ਹੈਡ ਬੀਨ ਫਿਨਿਸ਼ਡ ਦਾ ਮਤਲਬ ਕੀ ਆ, ਵੀ ਪੂਰੀ ਹੋ ਚੁੱਕੀ ਆ। ਹੈਂਡਰਸਨ ਲਾਸਟ ਵਰਕ ਐਜ਼ ਅ ਫੋਟੋਗ੍ਰਾਫਰ ਵਾਜ਼ ਵਿਦ ਦ ਕੈਨੇਡੀਅਨ ਪੈਸੀਫਿਕ ਰੇਲਵੇ। ਕਹਿੰਦੇ ਜਿਹੜਾ ਹੈਂਡਰਸਨ ਦਾ ਲਾਸਟ ਵਰਕ ਸੀਗਾ ਐਜ਼ ਅ ਫੋਟੋਗ੍ਰਾਫਰ, ਉਹ ਕਿਹਦੇ ਨਾਲ ਸੀ, ਕੈਨੇਡੀਅਨ ਪੈਸੀਫਿਕ ਰੇਲਵੇ ਨਾਲ। ਤਾਂ ਆਪਾਂ ਮੇਨ ਜਿਹੜਾ ਵਰਡ ਆ ਉਹ ਕੈਨੇਡੀਅਨ ਪੈਸੀਫਿਕ ਰੇਲਵੇ ਦੇਖਾਂਗੇ। ਤਾਂ ਦੇਖੋ ਜੀ ਮੇਨਲੀ ਇੱਥੇ ਗੱਲ ਹੋ ਰਹੀ ਹੈ ਕੈਨੇਡੀਅਨ ਪੈਸੀਫਿਕ ਰੇਲਵੇ ਦੀ। ਇਨ 1855 he went west along the Canadian Pacific Railway as far as the Roger Pass in British Columbia, when he took the photographs of the mountain and the progress of the construction। In 1982, Henderson accepted a full-time position with the CPR as a manager of the photographic department when he was to set up and administer। ठीक है जी, ਇੱਥੇ ਦੇਖੋ ਤਾਂ ਹੁਣ ਕੀ ਹੈ, ਉਹਨੇ ਐਜ਼ ਅ ਫੋਟੋਗ੍ਰਾਫਰ ਉਹਨਾਂ ਨਾਲ ਹੀ ਕੰਮ ਕੀਤਾ ਸੀ ਨਾ, ਕਿਉਂਕਿ ਇੱਥੇ ਇਹਨਾਂ ਨੇ ਕਿਹਾ 1892 ਦੇ ਵਿੱਚ ਜਿਹੜਾ ਹੈਂਡਰਸਨ ਸੀਗਾ, ਪਹਿਲਾਂ ਉਹਨਾਂ ਨੇ ਕੁਛ ਕੁ ਟਾਈਮ ਲਈ ਕੰਮ ਕੀਤਾ ਸੀ, ਬਟ ਉਦੋਂ ਬਾਅਦ ਉਹ ਫੁੱਲ ਟਾਈਮ ਪੋਜੀਸ਼ਨ ਦੇ ਵਿੱਚ ਆ ਗਿਆ ਸੀ CPR ਨਾਲ ਕੰਮ ਕਰਨ ਲਈ। CPR ਮਤਲਬ ਕੈਨੇਡੀਅਨ ਪੈਸੀਫਿਕ ਰੇਲਵੇ।
ਤੇ ਉੱਥੇ ਉਹ ਮੈਨੇਜਰ ਬਣ ਗਿਆ ਸੀ ਕਾਹਦਾ, ਫੋਟੋਗ੍ਰਾਫਿਕ ਡਿਪਾਰਟਮੈਂਟ ਦਾ। ਤਾਂ ਫਿਰ ਉਹਨੇ ਐਜ਼ ਅ ਫੋਟੋਗ੍ਰਾਫਰ ਉਹਦਾ ਲਾਸਟ ਵਰਕ ਕਿਹਦੇ ਨਾਲ ਸੀਗਾ, ਕੈਨੇਡੀਅਨ ਪੈਸੀਫਿਕ ਰੇਲਵੇ ਨਾਲ। ਤਾਂ ਆਪਣਾ ਇਹ ਆਂਸਰ ਆ ਗਿਆ ਟਰੂ। ਤਾਂ ਇਹੀ ਸੀ ਟਿਪਸ ਐਂਡ ਟ੍ਰਿਕਸ, ਕੋਈ ਜ਼ਿਆਦਾ ਉਹ ਨਹੀਂ ਹੁੰਦਾ, ਬਸ ਆਪਾਂ ਸਿੰਪਲ ਜਿਹੜੇ ਹੈਗੇ ਆ ਕੀਵਰਡਸ ਚੂਜ਼ ਕਰਨੇ ਹੁੰਦੇ ਵੀ ਆਪਣੀ ਜਿਹੜੀ ਸਾਰੀ ਗੱਲ ਉਹ ਕਾਹਦੇ ਅਰਾਊਂਡ ਘੁੰਮ ਰਹੀ ਆ। ਤਾਂ ਆਪਾਂ ਦੇਖਣੇ ਹੁੰਦੇ ਵਰਡਸ ਨਹੀਂ ਮੈਚ ਕਰਨੇ ਹੁੰਦੇ, ਬਟ ਆਪਦੇ ਕੁਐਸਚਨ ਦੇ ਵਿੱਚੋਂ ਮੇਨ ਕੀਵਰਡ ਚੱਕਣਾ ਹੁੰਦਾ ਵੀ ਆਪਾਂ ਕਾਹਦੇ 'ਤੇ ਆਪਾਂ ਜਿਹੜਾ ਆਨਸਰ ਉਹ ਫਾਈਂਡ ਕਰ ਸਕਦੇ ਹਾਂ। ਜਿਹੜੇ ਸਿਨੋਨਿਮਸ ਹੋਣਗੇ ਉਹ ਦਿੱਤੇ ਹੋਣਗੇ, ਉੱਥੇ ਐਂ ਨਹੀਂ ਹੈਗਾ ਵੀ ਤੁਸੀਂ ਲਾਈਨ ਟੂ ਲਾਈਨ ਮੈਚ ਕਰ ਸਕਦੇ ਹੋ, ਇਹ ਤੁਹਾਨੂੰ ਆਪ ਨੂੰ ਸਮਝਣਾ ਪੈਣਾ। ਬਟ ਟ੍ਰਿਕ ਇਹੀ ਹੈ ਵੀ ਤੁਸੀਂ ਥੋੜ੍ਹੇ ਜਿਹੇ ਕੀਵਰਡਸ ਇੱਧਰੋਂ ਅੰਡਰਲਾਈਨ ਕਰੋ ਅਤੇ ਉੱਧਰ ਜਾ ਕੇ ਲੱਭੋ ਅਤੇ ਦੇਖੋ ਇਹਦੇ ਬਾਰੇ ਕਿਵੇਂ ਗੱਲ ਹੋਈ ਵੀ ਹੈ ਅਤੇ ਕੀ ਕਿਹਾ ਹੋਇਆ। ਸੋ ਇਟ ਵਾਜ਼ ਆਲ ਅਬਾਊਟ ਦਿਸ ਵੀਡੀਓ। ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਊਗੀ। Thank you. Don't forget to hit the subscribe button. Do like. Thank you.